ਹੈਲੋ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਅੱਜ ਆਪਾਂ ਇੰਡੀਅਨ ਪੋਲਿਟੀ ਦਾ ਜਿਹੜਾ ਨੈਕਸਟ ਟੌਪਿਕ ਹੈ, ਨੈਕਸਟ ਲੈਕਚਰ ਉਹ ਆਪਾਂ ਕਰਨ ਲੱਗੇ ਹਾਂ। ਜੇ ਤੁਸੀਂ ਨਵੇਂ ਹੋ ਤਾਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਸ਼ੇਅਰ ਕਰਿਓ ਅਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ। ਜਿਹੜਾ ਆਪਣਾ ਅੱਜ 5ਵਾਂ ਲੈਕਚਰ ਹੈ ਇੰਡੀਅਨ ਪੋਲਿਟੀ ਦਾ, ਰਾਜ ਸਭਾ। ਅੱਜ ਜਿਹੜੀ ਕੰਪਲੀਟ ਜਾਣਕਾਰੀ ਹੈ ਰਾਜ ਸਭਾ ਬਾਰੇ ਆਪਾਂ ਉਹ ਗੱਲ ਕਰਾਂਗੇ, ਅਤੇ ਪੇਪਰਾਂ 'ਚ ਕਿੱਥੋਂ ਕਿੱਥੋਂ ਇਸ 'ਤੇ ਸਵਾਲ ਬਣਦੇ ਆ ਜਿਹੜੇ ਆਪਾਂ ਉਹ ਵੀ ਸਾਰੀ ਆਪਾਂ ਜਾਣਕਾਰੀ ਇਹਦੇ ਵਿੱਚ ਸਾਂਝੀ ਕਰਾਂਗੇ। ਤਾਂ ਤੁਸੀਂ ਧਿਆਨ ਦੇ ਨਾਲ ਵੀਡੀਓ ਨੂੰ ਦੇਖ ਲੈਣਾ। ਲਗਭਗ ਹਰੇਕ ਪੇਪਰ 'ਚ ਲੋਅ ਤੋਂ ਲੈ ਕੇ ਹਾਈ ਲੈਵਲ ਤੱਕ ਦੇ ਪੇਪਰ ਦੇ ਵਿੱਚ ਸਾਰੇ ਦੇ ਸਵਾਲ ਇਹਦੇ 'ਚ ਆਉਂਦੇ ਨੇ, ਉਹ ਸਾਰੇ 'ਚ ਕੰਪਲੀਟ ਹੋ ਜਾਣਗੇ। ਠੀਕ ਹੈ, ਚਲੋ ਸ਼ੁਰੂ ਕਰਦੇ ਹਾਂ ਆਪਾਂ ਅੱਜ ਦਾ ਟੌਪਿਕ ਆਪਣਾ ਰਾਜ ਸਭਾ। ਠੀਕ ਹੈ, ਇੰਡੀਆ ਜਿਹੜੀ ਆਪਣੀ ਪਾਰਲੀਮੈਂਟ ਆ ਭਾਰਤ ਦੇ, ਉਹਦੇ ਵਿੱਚ ਰਾਜ ਸਭਾ ਅਤੇ ਲੋਕ ਸਭਾ ਸ਼ਾਮਿਲ ਹੈ। ਠੀਕ ਹੈ, ਇੱਕ ਪ੍ਰੈਜ਼ੀਡੈਂਟ ਸ਼ਾਮਿਲ ਹੁੰਦਾ, ਤਿੰਨ ਇਹਦੇ 'ਚ ਸ਼ਾਮਿਲ ਹੁੰਦੇ ਨੇ। ਅਤੇ ਤੁਸੀਂ ਪਿਛਲੀਆਂ ਵੀਡੀਓ ਜਾ ਕੇ ਦੇਖ ਸਕਦੇ ਹੋ। ਮੈਂ ਅੱਜ ਉਹਨਾਂ ਦੀ ਪਲੇਲਿਸਟ ਆ ਜਿਹੜੀ ਉਹ ਬਣਾ ਕੇ ਰੱਖ ਦੂੰਗਾ, ਤਾਂ ਤੁਸੀਂ ਉੱਥੋਂ ਪਲੇਲਿਸਟ ਦੇ ਵਿੱਚੋਂ ਜਾ ਕੇ ਤੁਸੀਂ ਸਾਰੀ ਪੋਲਿਟੀ ਹੈ ਜਿਹੜੀ ਉਹ ਕਰ ਸਕਦੇ ਹੋ। ਠੀਕ ਹੈ, ਜਿਹੜਾ ਰਾਜ ਸਭਾ ਹੁੰਦਾ ਉਹ ਆਪਣਾ ਅਪਰ ਹਾਊਸ ਹੁੰਦਾ ਪਾਰਲੀਮੈਂਟ ਦੇ ਵਿੱਚ, ਅਤੇ ਇਹਨੂੰ ਵੱਡਿਆਂ ਦਾ ਹਾਊਸ ਵੀ ਕਿਹਾ ਜਾਂਦਾ ਹੈਗਾ, ਅਤੇ ਪਰਮਾਨੈਂਟ ਹਾਊਸ ਵੀ ਕਿਹਾ ਜਾਂਦਾ। ਇਹਨੂੰ ਕਦੇ ਵੀ ਡਿਜ਼ੋਲਵ ਨਹੀਂ ਕੀਤਾ ਜਾ ਸਕਦਾ। ਠੀਕ ਹੈ, ਰਾਜ ਸਭਾ ਸੈਕੰਡ ਚੈਂਬਰ ਹੈ, ਮਤਲਬ ਪਹਿਲਾ ਲੋਕ ਸਭਾ ਅਤੇ ਦੂਸਰਾ ਰਾਜ ਸਭਾ। ਠੀਕ ਹੈ, ਇਹ ਜਿਹੜੀਆਂ ਆਪਣੀਆਂ ਸਟੇਟਸ ਆ ਉਹਨਾਂ ਨੂੰ ਉਹਨਾਂ ਦੇ ਮਤਲਬ ਚੁਣ ਕੇ ਭੇਜਦੇ ਹਾਂ ਜਿਹੜੇ ਬੰਦੇ ਆਪਾਂ, ਉਹ ਸਟੇਟਾਂ ਦੇ ਉਹਨੂੰ ਰੀਪ੍ਰਜੈਂਟ ਕਰਦੇ ਨੇ ਉੱਥੇ ਜਾ ਕੇ। ਠੀਕ ਹੈ, ਯੂਟੀ ਵਾਲੇ ਜਿਹੜੇ ਜਿਵੇਂ ਚੰਡੀਗੜ੍ਹ ਔਰ ਪੁਡੂਚੇਰੀ ਵਾਲੇ ਨੇ, ਉਹ ਆਪਦੇ ਬੰਦੇ ਚੁਣ ਕੇ ਭੇਜਦੇ ਤਾਂ ਉਹ ਯੂਨੀਅਨ ਟੈਰੀਟਰੀਜ਼ ਨੂੰ ਰੀਪ੍ਰਜੈਂਟ ਕਰਦੇ। ਠੀਕ ਹੈ, ਆਰਟੀਕਲ ਜਿਹੜਾ ਦਾ ਆਰਟੀਕਲ ਕਿੰਨਾ 80, ਕਿਹੜੇ ਆਰਟੀਕਲ ਤਹਿਤ ਆਉਂਦੀ ਹੈ ਲੋਕ ਸਭਾ ਰਾਜ ਸਭਾ? ਆਰਟੀਕਲ 80। ਇਹ ਤੁਸੀਂ ਧਿਆਨ ਨਾਲ ਰੱਖਣਾ, ਬਹੁਤ ਪੇਪਰਾਂ ਦੇ ਵਿੱਚ ਸਿੱਧਾ ਆਰਟੀਕਲ ਪੁੱਛਿਆ ਜਾਂਦਾ। ਠੀਕ ਹੈ, ਪੰਜਾਬ ਪੁਲਿਸ ਦੇ ਵਿੱਚ ਵੀ ਕਾਫੀ ਵਾਰ ਕੁਐਸਚਨ ਆਏ ਇਹਨਾਂ 'ਚੋਂ। ਠੀਕ ਹੈ, ਧਿਆਨ ਨਾਲ ਤੁਸੀਂ ਕਰ ਲੈਣਾ। ਠੀਕ ਹੈ, ਅਤੇ ਜਿਹੜਾ ਇਹਦਾ ਸ਼ਡਿਊਲ ਹੈ, ਸ਼ਡਿਊਲ ਬਾਰੇ ਵੀ ਤੁਹਾਨੂੰ ਇੱਕ ਦਿਨ ਇੱਕ ਵੀਡੀਓ ਪ੍ਰੋਵਾਈਡ ਕਰਾਵਾਂਗੇ, ਜਿਹਦੇ 'ਚ ਕੰਪਲੀਟ ਤੁਹਾਨੂੰ ਸਾਰੇ ਸ਼ਡਿਊਲ ਹੈ ਸੌਖੇ ਢੰਗ ਨਾਲ ਯਾਦ ਕਰਵਾਏ ਜਾਣਗੇ। ਤਾਂ ਜਿਹੜਾ ਚੌਥਾ ਸ਼ਡਿਊਲ ਹੈ ਪੁੱਛਿਆ ਜਾਂਦਾ ਕਿ ਰਾਜ ਸਭਾ ਦੀਆਂ ਸੀਟਸ ਨੇ ਜਿਹੜੀਆਂ ਐਲੋਕੇਟ ਹੁੰਦੀਆਂ ਨੇ, ਮਤਲਬ ਕਿਵੇਂ ਕਿਵੇਂ ਰਾਜ ਸਭਾ ਸੀਟਾਂ ਆਪ ਸਟੇਟਾਂ ਅਤੇ ਰਾਜਾਂ ਵਿੱਚ ਵੰਡੀਆਂ ਜਾਂਦੀਆਂ ਨੇ, ਸਟੇਟਾਂ ਅਤੇ ਯੂਨੀਅਨ ਟੈਰੀਟਰੀਜ਼ ਵੰਡੀਆਂ ਜਾਂਦੀਆਂ ਨੇ, ਤਾਂ ਉਹ ਕਿਹੜੇ ਸ਼ਡਿਊਲ ਦੇ ਵਿੱਚ ਹੈ? ਸ਼ਡਿਊਲ ਚੌਥੇ ਸ਼ਡਿਊਲ ਦੇ ਵਿੱਚ। ਠੀਕ ਹੈ, ਟੋਟਲ ਸੀਟਸ ਰਾਜ ਸਭਾ ਦੇ ਵਿੱਚ ਕੰਸਟੀਟਿਊਸ਼ਨ ਦੇ ਹਿਸਾਬ ਨਾਲ ਕਿੰਨੀਆਂ ਨੇ? 250। ਠੀਕ ਹੈ, ਉਹਦੀ ਅੱਗੇ ਵੰਡ ਕਿਸ ਤਰ੍ਹਾਂ? ਠੀਕ ਹੈ, 238 ਸੀਟਾਂ ਜਿਹੜੀਆਂ ਹੈਗੀਆਂ ਨੇ ਉਹ ਸਟੇਟਾਂ ਵਾਸਤੇ ਨੇ, 4 ਸੀਟਾਂ ਹੈਗੀਆਂ ਨੇ ਉਹ ਯੂਨੀਅਨ ਟੈਰੀਟਰੀਜ਼ ਵਾਸਤੇ ਨੇ। ਠੀਕ ਹੈ, 12 ਜਿਹੜੇ ਨੋਮੀਨੇਸ਼ਨ ਹੁੰਦੇ ਨੇ ਉਹ ਕੌਣ ਕਰਦਾ ਹੈ? ਪ੍ਰੈਜ਼ੀਡੈਂਟ ਕਰਦਾ। ਕਿਹੜੇ ਕਿਹੜੇ ਖੇਤਰ ਦੇ ਵਿੱਚੋਂ? ਲਿਟਰੇਚਰ 'ਚੋਂ, ਸਾਇੰਸ 'ਚੋਂ, ਸੋਸ਼ਲ ਸਰਵਿਸ 'ਚੋਂ, ਆਰਟ 'ਚੋਂ। ਠੀਕ ਹੈ, ਇਹ 12 ਬੰਦੇ ਆ ਜਿਹੜੇ ਕੌਣ ਚੁਣਦਾ? ਪ੍ਰੈਜ਼ੀਡੈਂਟ। ਕਈ ਵਾਰ ਪੇਪਰਾਂ 'ਚ ਕੁਐਸਚਨ ਆਇਆ, ਕਾਫੀ ਵਾਰ ਪੇਪਰਾਂ 'ਚ, ਇਸ ਵਾਰ ਵੀ ਮੇਰੇ ਖਿਆਲ ਇੱਕ ਕੋਆਪਰੇਟਿਵ ਬੈਂਕ ਦੇ ਕਲਰਕ ਦੇ ਪੇਪਰ 'ਚ ਆਇਆ ਸੀਗਾ ਸ਼ਾਇਦ, ਮੈਨੂੰ ਪੱਕਾ ਕਲੀਅਰ ਨਹੀਂ ਆ। ਅਤੇ ਉਹਦੇ ਵਿੱਚ ਪੁੱਛਿਆ ਸੀਗਾ ਕਿ ਪਾਰਲੀਮੈਂਟ ਦੇ ਵਿੱਚ ਕੁੱਲ ਕਿੰਨੇ ਬੰਦੇ ਨੋਮੀਨੇਟਡ ਹੁੰਦੇ ਆ, ਮਤਲਬ ਲੋਕ ਸਭਾ ਵੀ ਅਤੇ ਰਾਜ ਸਭਾ ਵੀ, ਦੋਨਾਂ ਦੇ ਵਿੱਚ ਦੱਸਣਾ ਸੀਗਾ ਆਪਣੇ। ਠੀਕ ਹੈ, ਲੋਕ ਸਭਾ ਦੇ ਵਿੱਚ ਤੁਸੀਂ ਪਿਛਲੀ ਵੀਡੀਓ ਦੇਖ ਸਕਦੇ ਹੋ, ਉਹਦੇ 'ਚ ਸੀਗੇ 2 ਪ੍ਰੈਜ਼ੀਡੈਂਟ ਨੋਮੀਨੇਟ ਕਰਦਾ ਜਿਹੜਾ ਐਗਲੋ ਇੰਡੀਅਨ 2, ਅਤੇ ਰਾਜ ਸਭਾ ਦੇ ਵਿੱਚ ਪ੍ਰੈਜ਼ੀਡੈਂਟ ਕਿਹਨੂੰ ਨੂੰ ਕਰਦਾ? 12 ਨੂੰ। ਠੀਕ ਹੈ, ਕੁੱਲ ਕਿੰਨੇ ਹੋ ਗਏ? 14, ਕਿਉਂਕਿ ਪਾਰਲੀਮੈਂਟ ਕੰਪਲੀਟ ਹੁੰਦੀ ਹੈ ਲੋਕ ਸਭਾ ਰਾਜ ਸਭਾ, ਤਾਂ ਪੁੱਛਿਆ ਜਾਵੇ ਜੇ ਪਾਰਲੀਮੈਂਟ 'ਚ ਕਿੰਨੇ ਕੁੱਲ? 14। ਠੀਕ ਹੈ, ਧਿਆਨ ਨਾਲ ਤੁਸੀਂ ਇਹਨੂੰ ਯਾਦ ਕਰ ਲੈਣਾ। ਇਕੱਲੀ ਰਾਜ ਸਭਾ ਦੇ ਵਿੱਚ 12, ਜੇ ਪੁੱਛਿਆ ਜਾਵੇ ਲੋਕ ਸਭਾ, ਇਕੱਲੀ ਲੋਕ ਸਭਾ ਦੇ ਵਿੱਚ ਜੋ, ਜੇ ਪਾਰਲੀਮੈਂਟ 'ਚ ਪੁੱਛ ਲਵੇ ਤਾਂ 14। ਠੀਕ ਹੈ, ਹੁਣ ਪ੍ਰੈਜ਼ੀਡੈਂਟ ਲੋਕ ਸਭਾ ਦੀਆਂ ਸੀਟਾਂ ਕਿੰਨੀਆਂ ਨੇ? 245। ਠੀਕ ਹੈ, ਇਹ ਤੁਸੀਂ ਧਿਆਨ ਨਾਲ ਯਾਦ ਕਰ ਲੈਣਾ। ਪ੍ਰੈਜ਼ੀਡੈਂਟ ਸੀਟਾਂ ਕਿੰਨੀਆਂ? 245। ਕੰਸਟੀਟਿਊਸ਼ਨ ਦੇ ਹਿਸਾਬ ਨਾਲ ਕਿੰਨੀਆਂ? 250। ਉਹ ਅਲੱਗ-ਅਲੱਗ ਵੰਡ ਆ ਜਿਹੜੀ ਤੁਹਾਨੂੰ ਉੱਪਰ ਮੈਂ ਦੱਸ ਚੁੱਕਿਆ। ਠੀਕ ਹੈ, ਇਹਦੇ ਵਿੱਚ ਕੋਈ ਵੀ ਸੀਟ ਹੈ ਜਿਹੜੀ ਰਾਜ ਸਭਾ 'ਚ ਰਿਜ਼ਰਵ ਨਹੀਂ ਹੁੰਦੀ, ਮਤਲਬ ਕੋਈ SC ST ਲਈ ਇਸ ਤਰੀਕੇ ਨਾਲ ਜਿਹੜੀ ਇਹ ਵੰਡ ਹੈ ਉਹ ਰਾਜ ਸਭਾ ਦੀਆਂ ਸੀਟਾਂ ਦੀ ਨਹੀਂ ਹੁੰਦੀ, ਲੋਕ ਸਭਾ ਦੇ ਵਿੱਚ ਹੁੰਦੀ ਹੈ। ਠੀਕ ਹੈ, ਇਹਦੀ ਜਿਹੜੀ ਕੁਆਲੀਫਿਕੇਸ਼ਨ ਹੈ ਰਾਜ ਸਭਾ ਦਾ ਮੈਂਬਰ ਬਣਨ ਦੀ, ਆਰਟੀਕਲ 84 ਦੇ ਤਹਿਤ ਆ ਜਿਹੜੀ ਉਹ ਹੁੰਦੀ ਹੈ। ਪਾਰਲੀਮੈਂਟ ਦਾ ਕੋਈ ਵੀ ਮੈਂਬਰ ਬਣਨ ਦੀ ਜਿਹੜੀ ਵੀ ਪ੍ਰਕਿਰਿਆ ਹੋਊਗੀ ਤਾਂ ਉਹ ਆਰਟੀਕਲ 84 ਦੇ ਤਹਿਤ ਹੋਊਗੀ। ਠੀਕ ਹੈ, ਜਿਵੇਂ ਸਭ ਤੋਂ ਪਹਿਲੀ ਗੱਲ ਤਾਂ ਭਾਰਤ ਦਾ ਨਾਗਰਿਕ ਹੋਵੇ, ਦੂਸਰਾ ਘੱਟੋ ਘੱਟ ਮਿਨੀਮਮ ਏਜ ਉਹਦੀ 30 ਸਾਲ ਹੋਣੀ ਚਾਹੀਦੀ। ਠੀਕ ਹੈ, ਲੋਕ ਸਭਾ ਦੇ ਵਿੱਚ 25 ਸਾਲ, ਰਾਜ ਸਭਾ ਦੇ ਵਿੱਚ 30 ਸਾਲ। ਠੀਕ ਹੈ, ਤੁਸੀਂ ਕਨਫਿਊਜ਼ ਨਹੀਂ ਹੋਣਾ, ਚੰਗੀ ਤਰੀਕੇ ਨਾਲ ਇਹ ਯਾਦ ਕਰ ਲੈਣੀਆਂ। ਠੀਕ ਹੈ, ਪੇਪਰਾਂ 'ਚ ਬਹੁਤ ਵਾਰ ਕੁਐਸਚਨ ਇਹਨਾਂ 'ਚੋਂ ਆਉਂਦੇ ਨੇ, SSC ਵਗੈਰਾ ਕਿ ਲਗਭਗ ਹਰੇਕ ਪੇਪਰ 'ਚ, ਸਟੇਟ ਦਾ ਹੋਵੇ, ਸੈਂਟਰ ਦਾ ਹੋਵੇ, ਕਿਸੇ ਪੇਪਰ ਦੇ ਵਿੱਚ ਏਜ ਦੇ ਕੁਐਸਚਨ ਜ਼ਰੂਰ ਆਉਂਦਾ, ਕਿਉਂਕਿ ਬੱਚੇ 'ਚ ਕਨਫਿਊਜ਼ ਜ਼ਿਆਦਾ ਹੋ ਜਾਂਦੇ ਆ। ਲੋਕ ਸਭਾ ਵਾਸਤੇ 25, ਠੀਕ ਹੈ, ਧਿਆਨ ਨਾਲ ਯਾਦ ਕਰ ਲੈਣਾ ਤੁਸੀਂ। ਰਾਜ ਸਭਾ ਵਾਸਤੇ 30, ਅਤੇ ਪ੍ਰੈਜ਼ੀਡੈਂਟ ਵਾਸਤੇ 35, ਅਤੇ ਵਾਈਸ ਪ੍ਰੈਜ਼ੀਡੈਂਟ ਵਾਸਤੇ 35। ਠੀਕ ਹੈ, ਤੁਸੀਂ ਧਿਆਨ ਨਾਲ ਯਾਦ ਕਰ ਲੈਣਾ। ਅਤੇ ਇਲੈਕਸ਼ਨ ਆਫ ਮੈਂਬਰ, ਇਹਨਾਂ ਦੇ ਮੈਂਬਰਾਂ ਦੀ ਇਲੈਕਸ਼ਨ ਕਿਸ ਤਰ੍ਹਾਂ ਹੁੰਦੀ ਹੈ? ਰਾਜ ਸਭਾ ਮੈਂਬਰਸ ਆਰ ਇਲੈਕਟਡ ਬਾਏ ਇਲੈਕਟਡ ਮੈਂਬਰ, ਜਿਵੇਂ ਹੁਣ ਆਪਣੇ ਸਟੇਟ ਦੇ ਹੁੰਦੇ ਨੇ ਜਿਹੜੇ, ਉਹ ਚੁਣ ਕੇ ਇੱਧਰੋਂ ਬੰਦਾ ਜਿਹੜਾ ਆਪਦਾ ਰਾਜ ਸਭਾ ਦੇ ਵਿੱਚ ਭੇਜਦੇ ਨੇ। ਠੀਕ ਹੈ,
ਕਿਹੜੇ ਮੈਥਡ ਦੇ ਨਾਲ? ਮੈਥਡ ਆਫ ਪ੍ਰਪੋਰਸ਼ਨਲ ਰੀਪ੍ਰਜੈਂਟੇਸ਼ਨ। ਪ੍ਰਪੋਰਸ਼ਨਲ ਰੀਪ੍ਰਜੈਂਟੇਸ਼ਨ ਮੈਥਡ ਦੇ ਹਿਸਾਬ ਨਾਲ ਜਿਹੜਾ ਉਹ ਚੁਣ ਕੇ ਬੰਦੇ ਨੂੰ ਭੇਜਿਆ ਜਾਂਦਾ। ਪੇਪਰ 'ਚ ਵੀ ਬਹੁਤ ਵਾਰ ਸਵਾਲ ਆ ਜਾਂਦਾ, ਠੀਕ ਹੈ। ਰੀਪ੍ਰਜੈਂਟੇਸ਼ਨ ਆਫ ਸਟੇਟ ਰਾਜ ਸਭਾ ਇਜ਼ ਨਾਟ ਇਕੁਅਲ, ਇਹ ਇਕੁਅਲ ਨਹੀਂ ਹੁੰਦਾ। ਮਤਲਬ ਇਹ ਨਹੀਂ ਹੈਗਾ ਵੀ ਪੰਜਾਬ 'ਚ 10 ਨੇ ਤਾਂ ਹਰਿਆਣੇ 'ਚ ਵੀ 10 ਹੋਣਗੇ, ਤਾਂ ਇਹ ਅਲੱਗ-ਅਲੱਗ ਹੁੰਦੇ, ਕਿਸੇ ਦੇ ਵੱਧ ਕਿਸੇ 'ਚ ਘੱਟ, ਠੀਕ ਹੈ। ਜਿਵੇਂ ਹੁਣ ਯੂਪੀ 'ਚ ਦਾ ਯੂਪੀ ਦੇ ਵਿੱਚੋਂ ਕਿੰਨੇ ਮੈਂਬਰ ਚੁਣੇ ਜਾਂਦੇ? 31। ਸਭ ਤੋਂ ਵੱਧ ਕਿੱਥੇ ਨੇ? ਯੂਪੀ ਦੇ ਨੇ ਸਭ ਤੋਂ ਵੱਧ, ਠੀਕ ਹੈ। ਯੂਪੀ ਦੇ ਕਿੰਨੇ ਨੇ? 31। ਇਹ ਵੀ ਤੁਸੀਂ ਧਿਆਨ ਨਾਲ ਯਾਦ ਕਰ ਲੈਣਾ, ਪੇਪਰ 'ਚ ਬਹੁਤ ਵਾਰ ਕੁਐਸਚਨ ਆਉਂਦਾ ਕਿ ਸਭ ਤੋਂ ਵੱਧ ਰਾਜ ਸਭਾ ਦੇ ਮੈਂਬਰ ਕਿੱਥੋਂ ਚੁਣੇ ਜਾਂਦੇ? ਤਾਂ ਯੂਪੀ ਦੇ ਵਿੱਚ ਨੇ 31, ਠੀਕ ਹੈ। ਜਿੰਨੀ ਆਬਾਦੀ ਹੁੰਦੀ ਹੈ ਉਸ ਹਿਸਾਬ ਦੇ ਨਾਲ ਜਿਹੜਾ ਉੱਥੇ ਉਹਨੂੰ ਦੇਖ ਕੇ ਉੱਥੋਂ ਦੇ ਜਿਹੜੇ ਬੰਦੇ ਆ ਉਹ ਚੁਣੇ ਜਾਂਦੇ ਆ ਵੀ ਰਾਜ ਸਭਾ ਦੇ ਵਿੱਚ ਕਿੰਨੇ ਮੈਂਬਰ ਫਲਾਣੀ ਸਟੇਟ 'ਚੋਂ ਜਾਂ ਕਿੰਨੀ ਫਲਾਣੀ ਯੂਟੀ 'ਤੇ ਜਾਣਗੇ, ਤਾਂ ਉਹ ਇਸ ਹਿਸਾਬ ਨਾਲ ਹੁੰਦਾ, ਠੀਕ ਹੈ। ਤਾਂ 3 ਤਰ੍ਹਾਂ ਦੇ ਜਿਹੜੇ ਬੰਦੇ ਰੀਪ੍ਰਜੈਂਟ ਕਰਦੇ ਆ ਰਾਜ ਸਭਾ ਦੇ ਵਿੱਚ ਜਾ ਕੇ, ਜਿਵੇਂ, ਠੀਕ ਹੈ। ਇਲੈਕਸ਼ਨ ਅਸੈਂਬਲੀ ਦੇ ਵਿੱਚੋਂ ਚੁਣ ਕੇ ਭੇਜੇ ਜਾਂਦੇ ਆ। ਅਤੇ ਕਿਹੜੇ ਤਰੀਕੇ ਨਾਲ? ਇਲੈਕਸ਼ਨ ਪ੍ਰਿੰਸੀਪਲ ਕਿਹੜਾ ਇਹਨਾਂ ਦਾ? ਪ੍ਰਪੋਰਸ਼ਨਲ ਰੀਪ੍ਰਜੈਂਟੇਸ਼ਨ ਮੀਨ ਬਾਈ ਸਿੰਗਲ ਟਰਾਂਸਫਰੇਬਲ ਵੋਟ। ਪ੍ਰਪੋਰਸ਼ਨਲ ਰੀਪ੍ਰਜੈਂਟੇਸ਼ਨ ਦਾ ਮਤਲਬ ਕੀ ਹੁੰਦਾ? ਸਿੰਗਲ ਟਰਾਂਸਫਰੇਬਲ ਵੋਟ, ਠੀਕ ਹੈ। ਸਿੰਗਲ ਟਰਾਂਸਫਰੇਬਲ ਦੇ ਨਾਲ ਜਿਹੜਾ ਉਹਨੂੰ ਚੁਣ ਕੇ ਭੇਜਿਆ ਜਾਂਦਾ। ਜਿਹੜਾ ਪਾਪੂਲੇਸ਼ਨ ਦਾ ਫੈਕਟਰ ਹੁੰਦਾ ਨਾ, ਉਹ ਇਹ 'ਤੇ ਕੰਮ ਕੀਤਾ ਜਾਂਦਾ, ਉਹਦੇ ਨਾਲ ਦੇਖ ਕੇ ਫਿਰ ਇਸ ਤੋਂ ਮੈਂਬਰ ਚੁਣੇ ਜਾਂਦੇ, ਠੀਕ ਹੈ। ਇਹ ਇੱਕ ਮੈਥ ਦੀ ਥੋੜ੍ਹੀ ਕੈਲਕੂਲੇਸ਼ਨ ਜਿਹੀ ਹੁੰਦੀ ਹੈ, ਬਟ ਇੰਝ ਰੱਖ ਕੇ ਜੇ ਉਸ ਤਰੀਕੇ ਨਾਲ ਕੱਢ ਕੇ ਇਹਨੂੰ ਦੇਖਿਆ ਜਾਂਦਾ ਵੀ ਹਾਂ ਫਲਾਣੀ ਸਟੇਟ ਤੋਂ ਇੰਨੇ ਜਾਣਗੇ, ਤੁਹਾਨੂੰ ਇਹਨਾਂ ਦੇ ਚੱਕਰਾਂ 'ਚ ਪੈਣ ਦੀ ਲੋੜ ਨਹੀਂ ਹੈ, ਠੀਕ ਹੈ। ਯੂਟੀ ਵਿੱਚੋਂ ਵੀ ਦੇਖੋ, ਇਹਦੇ ਵਿੱਚੋਂ ਚੁਣ ਕੇ ਬੰਦੇ ਜਿਹੜੇ ਉਹ ਭੇਜੇ ਜਾਂਦੇ। ਮੈਂਬਰ ਆਫ ਰਾਜ ਸਭਾ ਬਿਲੋਂਗ ਟੂ ਯੂਨੀਅਨ ਟੈਰੀਟਰੀਜ਼ ਆਰ ਇੰਡਾਇਰੈਕਟਲੀ, ਇੱਥੋਂ ਜਿਹੜੇ ਇੰਡਾਇਰੈਕਟਲੀ ਚੁਣ ਕੇ ਭੇਜੇ ਜਾਂਦੇ, ਠੀਕ ਹੈ। ਜੇ ਤੁਹਾਨੂੰ ਦੱਸ ਕੇ ਹਟਿਆ ਪ੍ਰਪੋਰਸ਼ਨਲ ਸਿੰਗਲ ਟਰਾਂਸਫਰੇਬਲ ਵੋਟ ਜੋ ਹੁੰਦੀ ਹੈ, ਠੀਕ ਹੈ। 8 ਯੂਨੀਅਨ ਟੈਰੀਟਰੀਜ਼ ਨੇ, ਜਿਵੇਂ ਦਿੱਲੀ, ਪੌਂਡੀਚੇਰੀ, ਜੰਮੂ ਕਸ਼ਮੀਰ, ਠੀਕ ਹੈ। ਇਹ ਜਿਹੜੀਆਂ 3 ਯੂਟੀਜ਼ ਨੇ, ਇਹਨਾਂ ਵਿੱਚੋਂ ਹੀ ਜਿਹੜੇ ਬੰਦੇ ਆ ਚੁਣ ਕੇ ਭੇਜੇ ਜਾਂਦੇ, ਠੀਕ ਹੈ। ਬਾਕੀ ਵਿੱਚੋਂ ਨਹੀਂ ਭੇਜੇ ਜਾਂਦੇ। 8 ਦੇ ਵਿੱਚੋਂ ਆਹ 3 ਭੇਜਦੇ ਨੇ, ਠੀਕ ਹੈ। ਇਹ ਵੀ ਤੁਸੀਂ ਧਿਆਨ ਨਾਲ ਯਾਦ ਰੱਖਣਾ, ਪੇਪਰ 'ਚ ਬਹੁਤ ਵਾਰ ਕੁਐਸਚਨ ਇੱਥੋਂ ਆ ਜਾਂਦੇ ਨੇ, ਠੀਕ ਹੈ। ਰਾਜ ਸਭਾ ਦੀ ਟੈਨਿਓਰ ਕਿੰਨੀ ਹੁੰਦੀ ਹੈ? ਮਤਲਬ ਕਿੰਨੇ ਸਾਲ ਲਈ ਰਾਜ ਸਭਾ ਦਾ ਇੱਕ ਮੈਂਬਰ ਜਿਹੜਾ ਉਹ ਬਣ ਜਾਂਦਾ। ਰਾਜ ਸਭਾ ਦੀ ਅਵਧੀ ਦਾ ਕੋਈ ਟੈਨਿਓਰ ਨਹੀਂ, ਦੇਖੋ ਇਹ ਤਾਂ ਪਰਮਾਨੈਂਟ ਬੋਡੀ ਹੈ, ਇਹਨੂੰ ਕਦੇ ਵੀ ਡਿਸੋਲਵ ਨਹੀਂ ਕੀਤਾ ਜਾ ਸਕਦਾ। ਲੋਕ ਸਭਾ ਨੂੰ ਡਿਸੋਲਵ ਕੀਤਾ ਜਾਂਦਾ ਹਰੇਕ 5 ਸਾਲ ਬਾਅਦ, ਠੀਕ ਹੈ। ਅਤੇ ਜੇ ਕੋਈ ਸਰਕਾਰ ਗਿਰਦੀ ਹੈ ਤਾਂ ਲੋਕ ਸਭਾ ਡਿਸੋਲਵ ਹੋ ਜਾਂਦੀ ਹੈ, ਉੱਥੇ ਕੋਈ ਚੱਕਰ ਨਹੀਂ ਹੁੰਦਾ, ਠੀਕ ਹੈ। ਲੋਕ ਸਭਾ ਡਿਸੋਲਵ ਹੋ ਜਾਂਦੀ ਹੈ ਅਤੇ ਰਾਜ ਸਭਾ ਡਿਸੋਲਵ ਨਹੀਂ ਹੁੰਦੀ। ਰਾਜ ਸਭਾ ਹੈਜ਼ ਨੋ ਸਪੈਸੀਫਿਕ ਟੈਨਿਓਰ, ਰਾਜ ਸਭਾ ਦੀ ਕੋਈ ਸਪੈਸੀਫਿਕ ਟੈਨਿਓਰ ਨਹੀਂ ਹੈਗੀ, ਠੀਕ ਹੈ। ਬਸ ਇਹਦਾ ਕੀ ਹੁੰਦਾ, ਇਹਦੇ ਜਿਹੜੇ ਮੈਂਬਰ ਹੁੰਦੇ ਆ ਉਹਨਾਂ ਨੂੰ ਕਿਸ ਤਰੀਕੇ ਨਾਲ ਰਿਟਾਇਰ ਕੀਤਾ ਜਾਂਦਾ? ਐਵਰੀ ਸੈਕਿੰਡ ਈਅਰ, ਹਰੇਕ 2 ਸਾਲਾਂ ਬਾਅਦ 1/3, ਹਰੇਕ 2 ਸਾਲਾਂ ਬਾਅਦ 1/3 ਬੰਦੇ ਆ ਜਿਹੜੇ ਉਹਦੇ 'ਚੋਂ ਰਿਟਾਇਰ ਕੀਤੇ ਜਾਂਦੇ ਆ, ਤਾਂ ਕਿ ਨਵਿਆਂ ਨੂੰ ਸੀਟਾਂ ਦਿੱਤੀਆਂ ਜਾਣ, ਠੀਕ ਹੈ। ਇਸ ਤੋਂ ਅੱਗੇ ਜਿਹੜੇ ਮੈਂਬਰ ਹੁੰਦੇ ਨੇ ਉਹਨਾਂ ਦੇ ਮੈਂਬਰਾਂ ਦੀ ਟੈਨਿਓਰ ਹੁੰਦੀ ਹੈ। ਮੈਂਬਰਾਂ ਨੂੰ ਕਿੰਨੇ ਸਾਲ ਲਈ ਚੁਣਿਆ ਜਾਂਦਾ? 6 ਸਾਲ ਲਈ ਜਿਹੜੇ ਮੈਂਬਰਾਂ ਨੂੰ ਉਹਦਾ ਚੁਣਿਆ ਜਾਂਦਾ, ਠੀਕ ਹੈ। ਰਾਜ ਸਭਾ ਦਾ ਚੇਅਰਮੈਨ ਅਤੇ ਡਿਪਟੀ ਚੇਅਰਮੈਨ ਹੁੰਦਾ। ਜਿਹੜਾ ਰਾਜ ਸਭਾ ਦਾ ਚੇਅਰਮੈਨ ਹੁੰਦਾ ਉਹ ਬਾਈ ਡਿਫਾਲਟ ਕੌਣ ਹੁੰਦਾ ਹੈਗਾ? ਆਪਣਾ ਜਿਹੜਾ ਵਾਈਸ ਪ੍ਰੈਜ਼ੀਡੈਂਟ ਹੁੰਦਾ ਹੈਗਾ, ਉਹ ਰਾਜ ਸਭਾ ਦਾ ਚੇਅਰਮੈਨ ਹੁੰਦਾ। ਪੇਪਰ 'ਚ ਬਹੁਤ ਵਾਰ ਇਹ ਸਵਾਲ ਆਉਂਦਾ ਹੈਗਾ, ਠੀਕ ਹੈ, ਕਿ ਰਾਜ ਸਭਾ ਦਾ ਚੇਅਰਮੈਨ ਕੌਣ ਹੁੰਦਾ? ਵਾਈਸ ਪ੍ਰੈਜ਼ੀਡੈਂਟ ਹੁੰਦਾ, ਠੀਕ ਹੈ। ਇਹ ਤੁਸੀਂ ਧਿਆਨ ਨਾਲ ਯਾਦ ਕਰਨਾ ਨਾ, ਬਹੁਤ ਇੰਪੋਰਟੈਂਟ ਕੁਐਸਚਨ ਇੱਥੋਂ ਜਿਹੜਾ ਬਣਦਾ ਹੈਗਾ। ਵਾਈਲ ਦਾ ਡਿਪਟੀ ਚੇਅਰਮੈਨ ਆਫ ਰਾਜ ਸਭਾ ਇਜ਼ ਵਨ, ਜੇ ਮੰਨ ਲਓ ਕਈ ਵਾਰ ਨਹੀਂ ਵੀ ਹੁੰਦਾ ਚੇਅਰਮੈਨ ਉਸ ਮੌਕੇ 'ਤੇ, ਤਾਂ ਉੱਥੇ ਕੌਣ ਕੰਮ ਕਰਦਾ? ਡਿਪਟੀ ਚੇਅਰਮੈਨ। ਇੱਕ ਡਿਪਟੀ ਚੇਅਰਮੈਨ ਵੀ ਜਿਹੜਾ ਉਹਨੂੰ ਮੈਂਬਰਾਂ ਦੇ ਵਿੱਚੋਂ ਹੀ ਚੁਣਿਆ ਜਾਂਦਾ, ਠੀਕ ਹੈ। ਚੇਅਰਮੈਨ ਦਾ ਕੀ ਰੋਲ ਹੈ, ਠੀਕ ਹੈ। ਚੇਅਰਮੈਨ ਕੀ ਕਰਦਾ ਹੈ? ਜਿਹੜਾ ਆਪਣਾ ਅਪਰ ਹਾਊਸ ਹੈ ਜਾਣੀ ਕਿ ਰਾਜ ਸਭਾ ਹੈ, ਉਹਨੂੰ ਪ੍ਰਸਾਈਡ ਕਰਦਾ ਅਤੇ ਉਹਦੀ ਦੇਖ ਰੇਖ ਕਰਦਾ ਸਾਰੇ ਕੰਮ ਕਰਦੀ, ਠੀਕ ਹੈ। ਡਿਪਟੀ ਚੇਅਰਮੈਨ ਵੀ ਕੰਮ ਕਰਦਾ ਕਦੋਂ? ਜਦੋਂ ਚੇਅਰਮੈਨ ਦੀ ਸੀਟ ਖਾਲੀ ਹੁੰਦੀ ਹੈ, ਠੀਕ ਹੈ, ਜਾਂ ਉਹ ਪ੍ਰੈਜ਼ੀਡੈਂਟ ਦੀ ਤਰ੍ਹਾਂ ਕੰਮ ਕਰ ਰਿਹਾ ਹੋ, ਕਿ ਪ੍ਰੈਜ਼ੀਡੈਂਟ ਨਹੀਂ ਹੁੰਦਾ ਤਾਂ ਉਦੋਂ ਵਾਈਸ ਪ੍ਰੈਜ਼ੀਡੈਂਟ ਕੰਮ ਕਰਦਾ, ਤਾਂ ਫਿਰ ਰਾਜ ਸਭਾ ਦੇ ਵਿੱਚ ਕੰਮ ਕੌਣ ਕਰੂਗਾ? ਵਾਈਸ ਪ੍ਰੈਜ਼ੀਡੈਂਟ, ਠੀਕ ਹੈ। ਜਾਂ ਜਦੋਂ ਚੇਅਰਮੈਨ ਐਬਸੈਂਟ ਹੁੰਦਾ, ਉੱਥੇ ਨਹੀਂ ਹਾਜ਼ਰ ਹੁੰਦਾ, ਉਦੋਂ ਵਾਈਸ ਪ੍ਰੈਜ਼ੀਡੈਂਟ ਡਿਪਟੀ ਚੇਅਰਮੈਨ ਉਹਦੇ 'ਤੇ ਕੰਮ ਕਰੂਗਾ, ਠੀਕ ਹੈ। ਸਾਰੇ ਜਿਹੜੇ 3 ਕੇਸ ਤੁਹਾਡੇ ਦੱਸ ਕੇ ਹਟਿਆ, ਇਹਦੇ ਵਿੱਚ ਸਾਰੀਆਂ ਪਾਵਰਾਂ ਜਿਹੜੀਆਂ ਚੇਅਰਮੈਨ ਦੀਆਂ ਹੁੰਦੀਆਂ ਉਹ ਡਿਪਟੀ ਚੇਅਰਮੈਨ ਕੋਲ ਆ ਜਾਂਦੀਆਂ, ਠੀਕ ਹੈ। ਇਹਨੂੰ ਰਿਮੂਵ ਕਿਵੇਂ ਕੀਤਾ ਜਾ ਸਕਦਾ, ਠੀਕ ਹੈ। ਹੀ ਕੈਨ ਬੀ ਰਿਮੂਵਡ ਚੇਅਰਮੈਨ ਆਫ ਰਾਜ ਸਭਾ ਵੈਨ ਹੀ ਇਜ਼ ਰਿਮੂਵ ਦਾ ਸੀਟ ਆਫ ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ, ਠੀਕ ਹੈ। ਚੇਅਰਮੈਨ ਜਦੋਂ ਵਾਈਸ ਪ੍ਰੈਜ਼ੀਡੈਂਟ ਦੀ ਸੀਟ ਖਤਮ ਹੋ ਗਈ, ਨਾਲ ਦੀ ਨਾਲ ਰਾਜ ਸਭਾ ਦਾ ਚੇਅਰਮੈਨ ਦੀ ਸੀਟ ਖਤਮ ਹੋ ਜੂ, ਕਿਉਂਕਿ ਵਾਈਸ ਪ੍ਰੈਜ਼ੀਡੈਂਟ ਹੀ ਤਾਂ ਚੇਅਰਮੈਨ ਹੁੰਦਾ, ਠੀਕ ਹੈ। ਤਾਂ ਫਿਰ ਉਹਨਾਂ ਚਿਰ ਕੌਣ ਕੰਮ ਕਰੂਗਾ? ਜਿੰਨਾ ਚਿਰ ਵਾਈਸ ਪ੍ਰੈਜ਼ੀਡੈਂਟ ਨਹੀਂ ਚੁਣਿਆ ਜਾਂਦਾ, ਤਾਂ ਉਹਨਾਂ ਚਿਰ ਡਿਪਟੀ ਚੇਅਰਮੈਨ ਹੈ ਜਿਹੜਾ ਉਹ ਕੰਮ ਕਰੂਗਾ, ਠੀਕ ਹੈ। ਜਿਹੜਾ ਡਿਪਟੀ ਚੇਅਰਮੈਨ ਹੈ ਇਹਨੂੰ ਰਿਮੂਵ ਕੀਤਾ ਜਾ ਸਕਦਾ
ਆਲ ਮੈਂਬਰਾਂ ਦੁਆਰਾ, ਠੀਕ ਹੈ। ਆਲ ਮੈਂਬਰਾਂ ਦੀ ਮੈਜੋਰਟੀ ਦੇ ਨਾਲ ਜਿਹੜਾ ਡਿਪਟੀ ਚੇਅਰਮੈਨ ਉਹਨੂੰ ਰਿਮੂਵ ਕੀਤਾ ਜਾ ਸਕਦਾ। ਤੁਹਾਨੂੰ 14 ਦਿਨਾਂ ਦੇ ਐਡਵਾਂਸ ਨੋਟਿਸ ਦੇ ਕੇ ਜਿਹੜਾ ਉਹਨੂੰ ਰਿਮੂਵ ਆ ਉਹ ਕੀਤਾ ਜਾ ਸਕਦਾ, ਠੀਕ ਹੈ। ਜਦੋਂ ਇਕੁਅਲੀ ਹੋ ਜਾਏ ਕੰਮ, ਮਤਲਬ ਕੋਈ ਟਾਈ ਹੋ ਜਾਏ ਤਾਂ ਇਹ ਉੱਥੇ ਵੋਟ ਕਰ ਸਕਦਾ, ਠੀਕ ਹੈ। ਉਂਝ ਨਹੀਂ ਵੋਟ ਕਰ ਸਕਦਾ, ਜੇ ਇਕੁਅਲੀ ਟਾਈ ਹੋ ਜਾਏ ਤਾਂ ਉਸ ਟਾਈਮ ਇਹ ਵੋਟ ਕਰ ਸਕਦਾ, ਠੀਕ ਹੈ। ਵੈਨ ਚੇਅਰਮੈਨ ਇਜ਼ ਪ੍ਰੈਜੈਂਟ ਇਨ ਹਾਊਸ, ਡਿਪਟੀ ਚੇਅਰਮੈਨ ਇਜ਼ ਆਰਡੀਨਰੀ। ਜਦੋਂ ਚੇਅਰਮੈਨ ਉੱਥੇ ਹਾਊਸ ਦੇ ਵਿੱਚ ਹੁੰਦਾ ਹੈਗਾ, ਮਤਲਬ ਵਾਈਸ ਪ੍ਰੈਜ਼ੀਡੈਂਟ ਉੱਥੇ ਹੋਊਗਾ, ਚੇਅਰਮੈਨ ਜਿਹੜਾ ਰਾਜ ਸਭਾ ਦਾ ਉਹ ਹੋਊਗਾ, ਤਾਂ ਜਿਹੜਾ ਡਿਪਟੀ ਚੇਅਰਮੈਨ ਹੈ ਉਹ ਆਰਡੀਨਰੀ ਇੱਕ ਮੈਂਬਰ ਦੀ ਤਰ੍ਹਾਂ ਹੀ ਕੰਮ ਕਰੂਗਾ, ਉਸ ਤਰ੍ਹਾਂ ਹੀ ਸਾਰਾ ਕੰਮ ਹੈ ਜਿਹੜਾ ਉਹ ਕਰੂਗਾ, ਤਾਂ ਉਹ ਚੇਅਰਮੈਨ ਦੀ ਤਰ੍ਹਾਂ ਕੰਮ ਨਹੀਂ ਕਰ ਸਕਦਾ, ਠੀਕ ਹੈ। ਸੈਲਰੀ ਜਿਹੜੀ ਉਹ ਫਿਕਸ ਹੁੰਦੀ ਹੈ, ਠੀਕ ਹੈ। ਕੰਸੋਲੀਡੇਟਡ ਫੰਡ ਦੇ ਵਿੱਚੋਂ ਜਿਹੜੀ ਇਹਨਾਂ ਦੀ ਸੈਲਰੀ ਆ ਉਹ ਆਉਂਦੀ ਹੈ, ਠੀਕ ਹੈ। ਧਿਆਨ ਨਾਲ ਕਰ ਲੈਣਾ, ਜਿਵੇਂ ਪ੍ਰੈਜ਼ੀਡੈਂਟ ਦੀ ਸੈਲਰੀ ਹੋ ਗਈ ਜਾਂ ਆਪਣੇ ਵਾਈਸ ਪ੍ਰੈਜ਼ੀਡੈਂਟ ਦੀ ਇਹ ਸੈਲਰੀ ਹੋ ਗਈ, ਜਿਹੜੀ ਕੰਸੋਲੀਡੈਂਟ ਫੰਡ ਦੇ ਵਿੱਚੋਂ ਹੀ ਜਿਹੜੀ ਉਹ ਦਿੱਤੀ ਜਾਂਦੀ ਹੈ, ਠੀਕ ਹੈ। ਵੈਨ ਚੇਅਰਮੈਨ ਆਫ ਅ ਹਾਊਸ ਹੈਜ਼ ਟੂ ਐਕਟ ਐਜ਼ ਪ੍ਰੈਜ਼ੀਡੈਂਟ ਆਫ ਇੰਡੀਆ, ਜਦੋਂ ਚੇਅਰਮੈਨ ਹਾਊਸ ਦਾ ਪ੍ਰੈਜ਼ੀਡੈਂਟ ਦੀ ਤਰ੍ਹਾਂ ਕੰਮ ਕਰੂਗਾ ਤਾਂ ਉਹ ਚੇਅਰਮੈਨ ਦੀ ਸੈਲਰੀ ਲਊਗਾ, ਠੀਕ ਹੈ। ਇਹਦੇ ਸਹੁੰ ਕੌਣ ਚੱਕਦਾ? ਸਹੁੰ ਕੌਣ ਚੁਕਾਉਂਦਾ ਇਹਨੂੰ? ਪ੍ਰੈਜ਼ੀਡੈਂਟ। ਰਾਜ ਸਭਾ ਦੇ ਚੇਅਰਮੈਨ ਨੂੰ ਸਹੁੰ ਕੌਣ ਚੁਕਾਉਂਦਾ? ਪ੍ਰੈਜ਼ੀਡੈਂਟ, ਕਿਉਂਕਿ ਵਾਈਸ ਪ੍ਰੈਜ਼ੀਡੈਂਟ ਨੂੰ ਹੀ ਸਹੁੰ ਚੁਕਾਉਂਦਾ ਪ੍ਰੈਜ਼ੀਡੈਂਟ, ਠੀਕ ਹੈ। ਜਿਹਦੇ ਨੇ ਰਿਜ਼ਾਈਨ ਦੇਣਾ ਹੋਵੇ ਤਾਂ ਕਿਹਨੂੰ ਦੇਊਗਾ? ਡਿਪਟੀ ਚੇਅਰਮੈਨ, ਠੀਕ ਹੈ। ਤਾਂ ਚੇਅਰਮੈਨ ਨੂੰ ਦੇ ਦੂਗਾ, ਠੀਕ ਹੈ। ਜੇ ਉਹਨੇ ਦੇਣਾ ਤਾਂ ਉਹ ਰਾਸ਼ਟਰਪਤੀ ਨੂੰ ਦੇ ਦੂਗਾ, ਤਾਂ ਡਿਪਟੀ ਨੂੰ ਦੇ ਦੂ, ਸੌਰੀ। ਕੁਛ ਹੋਰ ਫੈਕਟਰਸ ਨੇ ਜਿਹੜੇ ਇਹਦੇ ਆਪਾਂ ਗੱਲ ਕਰਦੇ ਹਾਂ। ਜੇ ਰਾਜ ਸਭਾ ਦੀ ਸੀਟ ਹੈ, MP ਵੀਕੈਂਟ ਹੋ ਜਾਏ, ਮਤਲਬ ਠੀਕ ਹੈ, ਖਾਲੀ ਹੋ ਜਾਏ, ਐਬਸੈਂਟ ਜਾਂ ਮੀਟਿੰਗ ਦੇ ਵਿੱਚੋਂ 60 ਦਿਨਾਂ ਤੋਂ ਬਿਨਾਂ ਪਰਮਿਸ਼ਨ ਤੋਂ ਉਹ ਕਰ ਰਿਹਾ ਹੈਗਾ, 60 ਦਿਨਾਂ ਤੋਂ ਵੱਧ ਬਿਨਾਂ ਪਰਮਿਸ਼ਨ ਤੋਂ ਐਬਸੈਂਟ ਹੈ, ਹਾਊਸ ਦੇ ਵਿੱਚ ਤਾਂ ਆ ਨਹੀਂ ਰਿਹਾ, ਤਾਂ ਉਹਦੀ ਸੀਟ ਹੈ ਜਿਹੜੀ ਉਹ ਖਾਲੀ ਮੰਨੀ ਜਾਊਗੀ, ਠੀਕ ਹੈ। ਉਹ ਰਾਜ ਸਭਾ ਦੇ ਮੈਂਬਰ ਦੀ ਜੇ 60 ਦਿਨ ਨਹੀਂ ਆਉਂਦਾ ਬਿਨਾਂ ਪਰਮਿਸ਼ਨ ਤੋਂ, ਤਾਂ ਉਹਦੀ ਸੀਟ ਹੈ ਜਿਹੜੀ ਉਹ ਖਾਲੀ ਮੰਨੀ ਜਾਊਗੀ, ਠੀਕ ਹੈ। ਚੇਅਰਮੈਨ ਰਾਜ ਸਭਾ ਇਜ਼ ਨੋਟ ਮੈਂਬਰ ਆਫ ਹਾਊਸ, ਠੀਕ ਹੈ। ਜਿਹੜਾ ਚੇਅਰਮੈਨ ਹੋਊਗਾ ਰਾਜ ਸਭਾ ਦਾ ਉਹ ਕਿਸੇ ਦਾ ਮੈਂਬਰ ਤਾਂ ਨਹੀਂ ਹੁੰਦਾ, ਉਹ ਵਾਈਸ ਪ੍ਰੈਜ਼ੀਡੈਂਟ ਹੁੰਦਾ, ਕਿਉਂਕਿ ਉਹ, ਠੀਕ ਹੈ। ਇਸ ਤੋਂ ਅੱਗੇ, ਦ ਕੁਐਸਚਨ ਆਫ ਡਿਸਕੁਆਲੀਫਾਈਡ ਅੰਡਰ ਦੀ ਸ਼ਡਿਊਲ 10 ਡਿਸਾਈਡ ਦਾ ਚੇਅਰਮੈਨ ਰਾਜ ਸਭਾ ਸਪੀਕਰ। ਐਂਟੀ ਡਿਫੈਕਸ਼ਨ ਲਾ, ਜਿਹੜਾ ਐਂਟੀ ਡਿਫੈਕਸ਼ਨ ਲਾ ਜਿਹੜਾ ਹੁੰਦਾ ਉਹ ਵੀ ਰਾਜ ਸਭਾ ਦੇ ਵਿੱਚ ਹੀ ਜਿਹੜਾ ਉਹ ਦੇਖਿਆ ਜਾਂਦਾ, ਠੀਕ ਹੈ। ਧੰਨਵਾਦ, ਅੱਜ ਦੇ ਲਈ ਇੰਨਾ ਹੀ। ਜੁੜੇ ਰਹੋ, ਪੇਪਰ ਦੀ ਤਿਆਰੀ ਕਰਦੇ ਰਹੋ। ਥੈਂਕ ਯੂ।